वाहिगुरु जी का खालसा वाहिगुरु जी की फतेह। परम सन्मानयोग सतगुरां दे चरनां विच जुड़ मिल बैठे रब रूप गुरमुख सत्संगी जन, सतगुरु जी की कृपा रहमत दा सदका गुरु दर ते जुड़न दा सुभाग समा नसीब होया। सतगुरु की प्यारी बाणी का कीर्तन गुरु के प्यारे कीर्तनिया पासों आप जी ने सरवण किया। गुरु रामदास महाराज कृपा करदे अज दे इस पावन बचन अंदर सानू सोझी बख्श दे। सतगुरु जी समझाते ने कि हे मेरे गुरसिख मीत, उस वाहिगुरु दे नाम नू जपो, नाम जपो मेरे गुरसिख मीता। हे गुरसिख मीत, हे गुरसिख भाई, उस वाहिगुरु दे नाम नू सिमर, नाम जपो नामे सुख पावो। उहदे नाम नू जप के सुख प्राप्त कर लवो। गुरमत नाम रखो, गुरमत मन चीता। ते वाहिगुरु दे नाम नू गुरु दी मत ते चलदियां अपने मन विच, अपने चित्त विच वसा लवो, तो सुख ही सुख है, आनंद ही आनंद है। उस वाहिगुरु का नाम साडे मन विच वस जावे, उहदे मन विच वसन नाल ही सुख है, उहदे मन विच वसन नाल ही आनंद है। जुबान ते तां नाम सहजे ही आ जाता है। असीं बहुत दफ़ा वाहिगुरु शब्द अपनी जुबान तो बोलते हैं, सहजे ही किसी नाल गलबात करदे भी, पर जदों नाम साडे मन विच आउंदा है, पहलां उसनूं जुबान राहीं सिमरदे आ, पहलां उसनूं रसना राहीं गाउंदे आ। तुसी रसना राही उसनूं सिमरदे हो, जुबान राही उसनूं ध्याउंदे हो। जदों वो जुबान राही हौली हौली वो साडे मन विच आ जांदा है, जदों जुबान दे नाल नाल साडा मन भी उसनूं सिमरन लग जांदा है, जदों साडी रसना दे नाल नाल मन भी उहदा रस लैण लग जांदा है। सतगुरु कहते सुख फिर बनता है, आनंद फिर बनता है, उस तो पहला नहीं। इसलिए इकल्ली रसना, इकल्ली जुबान साडी उसनूं गाई जावे, सुनी जावे, उहदे नाल गल नहीं बनती। बहुत दफ़ा ऐसा हुंदा है, बहुत सारे लोग अक्सर ऐसा कहते हैं कि बाणी पढ़दे मन का पता ही नहीं कि किधरे चलिया जाता है, तो जदों बाणी पढ़द्या पाठ का भोग पै जाता है, संपूर्णता हो जाती है, तो उस वेले इंज लगता है कि शायद मैं वैसे ही अंग पलट गया, मैं पाठ किया ही नहीं, मैं वैसे ही पन्ने पलटदा रहा गुटका साहिब दे। पर इस गल तो भी हैरान हाँ कि मेरी जुबान वो बोलती रही है कुछ ना कुछ। इसका की भाव है, इसका की मतलब? इसका मतलब ये कि पाठ तो असीं कीता है,
ਪਾਠ ਤਾਂ ਸਾਡੀ ਜ਼ੁਬਾਨ ਨੇ ਪੂਰਾ ਕਰਿਆ, ਇੱਕ ਓਂਕਾਰ ਤੋਂ ਲੈ ਕੇ ਕੀਤੀ ਛੁੱਟੀ ਨਾਲ ਤੱਕ ਪੂਰਾ ਕੀਤਾ, ਪਰ ਵਿੱਚ ਵਿਚਾਲੇ ਕੀ ਹੋਇਆ? ਵਿੱਚ ਵਿਚਾਲੇ ਸਾਡਾ ਮਨ ਨਹੀਂ ਰਿਹਾ ਮੌਜੂਦ। ਮਨ ਮੌਜੂਦ ਨਾ ਹੋਣ ਕਾਰਨ ਇੰਜ ਲੱਗਿਆ ਕਿ ਜਿਵੇਂ ਪਾਠ ਕਰਿਆ ਹੀ ਨਹੀਂ, ਵੈਸੇ ਹੀ ਅੰਗ ਪਲਟ ਗਿਆ। ਇਸ ਤਰ੍ਹਾਂ ਬਹੁਤ ਸਾਰੇ ਲੋਕਾਂ ਨਾਲ ਅਕਸਰ ਹੁੰਦਾ ਹੈ, ਕਈਆਂ ਨਾਲ ਤੇ ਰੋਜ਼ ਹੁੰਦਾ ਹੈ ਐਸਾ। ਕਿਉਂ? ਕਿਉਂਕਿ ਮਨ ਨਾਲ ਨਹੀਂ ਸੀ, ਮਨ ਨਾਲ ਮੌਜੂਦ ਹੀ ਨਹੀਂ ਸੀ। ਜ਼ੁਬਾਨ ਆਪਣਾ ਕੰਮ ਕਰਦੀ ਰਹੀ, ਅੱਖਾਂ ਦੇਖਦੀਆਂ ਰਹੀਆਂ, ਅੱਖਾਂ ਨੇ ਦੇਖਿਆ ਇੱਕ ਇੱਕ ਅੱਖਰ, ਜ਼ੁਬਾਨ ਨੇ ਪੜ੍ਹਿਆ ਇੱਕ ਇੱਕ ਅੱਖਰ, ਹੱਥਾਂ ਨੇ ਸਹੀ ਟਾਈਮ ਤੇ ਅੰਗ ਵੀ ਪਲਟਿਆ, ਪੰਨਾ ਵੀ ਪਲਟਿਆ, ਪਰ ਮਨ ਨੇ ਨਾ ਵੇਖਿਆ, ਨਾ ਸੁਣਿਆ, ਨਾ ਪੜ੍ਹਿਆ, ਕੁਛ ਵੀ ਨਾ ਕਰਿਆ। ਇਸ ਲਈ ਸਾਨੂੰ, ਕਿਉਂਕਿ ਜਦੋਂ ਸਾਡਾ ਮਨ ਮੌਜੂਦ ਨਹੀਂ, ਇਸ ਕਰਕੇ ਸਾਨੂੰ ਉਸ ਪੜ੍ਹੇ ਦਾ ਕੋਈ ਫਲ ਨਹੀਂ ਹਾਸਲ ਹੁੰਦਾ, ਉਹਦਾ ਕੋਈ ਲਾਭ ਨਹੀਂ ਮਿਲਦਾ। ਇਸੇ ਤਰ੍ਹਾਂ ਜਿਹੜੇ ਲੋਕ ਬਹੁਤ ਸਿਮਰਨ ਕਰਦੇ ਨੇ, ਪਰ ਉਹਨਾਂ ਦੀ ਜ਼ੁਬਾਨ ਹੀ ਜੇ ਸਿਮਰਨ ਕਰਦੀ ਹੈ, ਮਨ ਨਹੀਂ ਨਾਲ ਜੁੜਦਾ, ਤਾਂ ਫਿਰ ਉਹਦਾ ਲਾਭ ਨਹੀਂ ਹੈ, ਉਹਦਾ ਫਾਇਦਾ ਨਹੀਂ ਹੈ। ਇਸ ਲਈ ਜਦੋਂ ਤੁਸੀਂ ਜ਼ੁਬਾਨ ਨਾਲ ਉਸ ਨੂੰ ਸਿਮਰੋ ਤਾਂ ਮਨ ਦੀ ਮੌਜੂਦਗੀ ਬਹੁਤ ਜ਼ਰੂਰੀ ਹੈ। ਮਨ ਦੀ ਮੌਜੂਦਗੀ ਅਤ ਜ਼ਰੂਰੀ, ਇਹਦੇ ਤੋਂ ਬਿਨਾਂ ਗੱਲ ਬਣਨੀ ਨਹੀਂ, ਇਹਦੇ ਤੋਂ ਬਿਨਾਂ ਸਭ ਬੇਕਾਰ ਹੈ। ਇਸ ਲਈ ਮਨ ਵਿੱਚ ਉਸ ਨੂੰ ਸਿਮਰਨਾ, ਰਸ ਲੈ ਕੇ, ਸਵਾਦ ਲੈ ਕੇ, ਆਨੰਦ ਲੈ ਕੇ। ਤੇ ਮਨ, ਕਈ ਦਫਾ ਮੈਂ ਬੇਨਤੀ ਕੀਤੀ ਹੈ ਤੁਹਾਨੂੰ ਕਿ ਮਨ ਉੱਥੇ ਮੌਜੂਦ ਹੁੰਦਾ ਜਿੱਥੇ ਮਨ ਨੂੰ ਰਸ ਆਉਂਦਾ, ਜਿੱਥੇ ਮਨ ਨੂੰ ਆਨੰਦ ਆਉਂਦਾ, ਮਨ ਉੱਥੇ ਟਿਕਦਾ। ਜਿੱਥੇ ਮਨ ਨੂੰ ਰਸ ਨਹੀਂ ਨਾ ਆਉਂਦਾ, ਜਿੱਥੇ ਮਨ ਨੂੰ ਸਵਾਦ ਨਹੀਂ ਆਉਂਦਾ, ਮਨ ਉੱਥੇ ਟਿਕਦਾ ਨਹੀਂ ਹੈ। ਇਸ ਲਈ ਫਿਰ ਆਪਣੇ ਬਾਣੀ ਪੜ੍ਹਨ ਵਿੱਚ ਰਸ ਤੁਹਾਨੂੰ ਖੁਦ ਨੂੰ ਪੈਦਾ ਕਰਨਾ ਪਵੇਗਾ, ਤੁਹਾਨੂੰ ਆਨੰਦ ਆਵੇਗਾ, ਪਰ ਉਹਦੇ ਲਈ ਮਨ ਨੂੰ ਜੋੜਨਾ ਪਵੇਗਾ। ਤੇ ਮਨ ਨੂੰ ਜੋੜਨ ਵਾਸਤੇ ਆਪਣੇ ਢੰਗ ਨੂੰ ਬਦਲਣਾ ਪਵੇਗਾ, ਆਪਣੇ ਤਰੀਕੇ ਨੂੰ। ਇਸ ਲਈ ਜੇ ਬਾਣੀ ਪੜ੍ਹਦਿਆਂ ਤੁਹਾਨੂੰ ਆਨੰਦ ਆਉਂਦਾ ਤਾਂ ਉਸ ਨੂੰ ਵਧਾਉਣਾ, ਜੇ ਦੂਸਰੇ ਨੂੰ ਬਾਣੀ ਸੁਣਾ ਕੇ ਆਨੰਦ ਆਉਂਦਾ ਤਾਂ ਉਹ ਕੰਮ ਕਰਨਾ, ਜੇ ਤੁਹਾਨੂੰ ਕੀਰਤਨ ਸੁਣ ਕੇ ਆਨੰਦ ਆਉਂਦਾ, ਰਸ ਆਉਂਦਾ, ਤਾਂ ਉਸ ਨੂੰ ਸੁਣਨਾ ਤੇ ਉਹਨੂੰ ਸੁਣਨ ਨੂੰ ਵਧਾਉਣਾ। ਇੱਕ ਸ਼ਬਦ ਤੋਂ 2 ਸ਼ਬਦ ਤੇ 3 ਸ਼ਬਦ ਤੇ ਅੱਧੇ ਘੰਟੇ ਤੇ ਹੌਲੀ ਹੌਲੀ ਆਪਣੇ ਮਨ ਨੂੰ ਉਹਦੇ ਵਿੱਚ ਲਾਉਣਾ, ਜਿੱਥੋਂ ਰਸ ਮਿਲੇ, ਜਿੱਥੋਂ ਸਵਾਦ ਆਵੇ, ਜਿੱਥੇ ਮਨ ਟਿਕੇ। ਕੀਰਤਨ ਵਿੱਚ ਟਿਕੇ ਤਾਂ ਕੀਰਤਨ ਵਿੱਚ ਵੱਧ ਤੋਂ ਵੱਧ ਸਮਾਂ ਜੁੜਨਾ, ਕਥਾ ਵਿੱਚ ਜੁੜੇ ਤਾਂ ਕਥਾ ਵਿੱਚ ਵੱਧ ਤੋਂ ਵੱਧ ਜੁੜਨਾ, ਪਾਠ ਕਰਨ ਵਿੱਚ ਜੁੜੇ ਤਾਂ ਵੱਧ ਤੋਂ ਵੱਧ ਜੁੜਨ ਦਾ ਯਤਨ ਕਰਨਾ, ਪਾਠ ਸੁਣਨ ਵਿੱਚ ਜਾਂ ਪਾਠ ਸੁਣਾਉਣ ਵਿੱਚ, ਕੀਰਤਨ ਕਰਨ ਵਿੱਚ ਜਾਂ ਕੀਰਤਨ ਸੁਣਨ ਵਿੱਚ, ਜਿੱਥੇ ਵੀ ਰਸ ਬਣੇ, ਜਿੱਥੇ ਵੀ ਮਨ ਟਿਕੇ, ਉੱਥੇ ਟਿਕ ਜਾਣਾ। ਉਹ ਪਲ ਖੁੰਝਾਉਣਾ ਨਹੀਂ, ਕਿਉਂਕਿ ਜਦੋਂ ਹੀ ਖੁੰਝ ਗਿਆ ਉਹ ਦੁਬਾਰਾ ਨਹੀਂ ਆਉਣਾ। ਜੋ ਹੁਣ ਸਮਾਂ ਹੈ ਇਹ ਕੱਲ ਨਹੀਂ ਬਣੇਗਾ, ਜੋ ਕੱਲ ਸੀ ਉਹ ਹੁਣ ਨਹੀਂ ਬਣੇਗਾ, ਜੋ ਕੱਲ ਹੋਵੇਗਾ ਉਹ ਫਿਰ ਪਤਾ ਨਹੀਂ ਹੋਵੇਗਾ ਕਿ ਨਹੀਂ ਹੋਵੇਗਾ। ਇਸ ਲਈ ਇੱਥੇ ਨਿਤ ਨਵਾਂ ਹੈ, ਨਿਤ ਉਹ ਗੱਲ ਹੈ ਜਿਹੜੀ ਵੱਖਰੀ ਹੈ ਪਹਿਲਾਂ ਨਾਲੋਂ। ਬਹੁਤ ਸਾਰੇ ਲੋਕ ਐਸੇ ਕਹਿੰਦੇ ਨੇ ਕਿ ਜੀ ਪਹਿਲਾਂ ਮੇਰਾ ਮਨ ਬੜਾ ਜੁੜਦਾ ਹੁੰਦਾ ਸੀ, ਹੁਣ ਨਹੀਂ ਜੁੜਦਾ। ਪਹਿਲਾਂ ਮੈਂ ਬੜੀ ਸੇਵਾ ਕਰਦਾ ਸਾਂ ਪਰ ਹੁਣ ਨਹੀਂ ਹੁੰਦੀ। ਤਾਂ ਜਰਾ ਵਿਚਾਰੋ ਇਸ ਗੱਲ ਨੂੰ ਕਿ ਉਦੋਂ ਜਿਹੜੀ ਸੇਵਾ ਕਰਦੇ ਸੀ ਉਦੋਂ ਉਹਦੇ ਵਿੱਚ ਕੁਝ ਰਸ ਸੀ, ਹੁਣ ਰਸ ਨਹੀਂ ਰਿਹਾ।
इस करके टिका नहीं। जदों मन का टिका होवेगा उदों तुसी थोड़ी सेवा भी करो तो वो रस दिंदी, आनंद दिंदी है। इस करके मन जिथे टिके उत्थे टिको, उत्थे रुक जावो, उत्थे जल्दबाजी ना करो, उत्थे जल्दी ना करो, बस उत्थे रुको। ਉਹੀ ਸਾਡਾ ਸਭ ਕੁਝ ਹੈ, ਉੱਥੇ ਹੀ ਮੌਜੂਦ ਹੈ। ਗੁਰਮੁਖ ਭਗਤ ਉਹਨੂੰ ਜਿੱਥੇ ਆਨੰਦ ਮਿਲਦਾ ਹੈ ਉੱਥੇ ਬਹਿ ਜਾਂਦਾ ਹੈ, ਉਹ ਉੱਥੇ ਟਿਕ ਜਾਂਦਾ ਹੈ। ਇਸ ਲਈ ਜਦੋਂ ਸਾਡਾ ਮਨ ਸਥਿਰ ਹੋ ਜਾਵੇਗਾ ਤਾਂ ਹਰ ਥਾਂ ਆਨੰਦ ਹੀ ਆਨੰਦ ਹੋਵੇਗਾ। ਤੁਸੀਂ ਆਪਣੀ ਦੁਕਾਨ ਤੇ ਵੀ ਬੈਠੋਗੇ ਤਾਂ ਵੀ ਆਨੰਦ ਮਾਣੋਗੇ, ਆਪਣੇ ਘਰ ਆ ਜਾਵੋਗੇ ਤਾਂ ਵੀ ਆਨੰਦ ਹੀ ਹੋਵੇਗਾ, ਆਪਣੇ ਕਿਸੇ ਰਿਸ਼ਤੇਦਾਰ ਸਕੇ ਸੰਬੰਧੀ ਦੇ ਚਲੇ ਜਾਓਗੇ ਉੱਥੇ ਵੀ ਆਨੰਦ ਹੀ ਬਣਿਆ ਰਹੇਗਾ। ਬਸ ਮਨ ਸਥਿਰ ਹੋ ਜਾਵੇ, ਮਨ ਉਹਦੇ ਨਾਮ ਨਾਲ ਜੁੜ ਜਾਵੇ। ਜਦੋਂ ਮਨ ਜੁੜਿਆ ਰਹੇਗਾ ਤਾਂ ਫਿਰ ਕੋਈ ਦਿੱਕਤ ਨਹੀਂ, ਕੋਈ ਪਰੇਸ਼ਾਨੀ ਨਹੀਂ, ਫਿਰ ਕੁਛ ਨਹੀਂ, ਫਿਰ ਅੱਗੇ ਪਿੱਛੇ ਦੀ ਕੋਈ ਫਿਕਰ ਨਹੀਂ। ਜਿਵੇਂ ਜਦੋਂ ਤੱਕ ਸਾਡੇ ਮੋਬਾਈਲ ਫੋਨ ਨੂੰ ਸਿਗਨਲ ਮਿਲਦਾ ਰਹਿੰਦਾ ਤਦੋਂ ਤੱਕ ਸਾਡੇ ਫੋਨ ਉੱਤੇ ਕਿਸੇ ਦਾ ਫੋਨ ਆਉਣ ਦੀ, ਕਿਸੇ ਦਾ ਮੈਸੇਜ ਆਉਣ ਦੀ ਸੰਭਾਵਨਾ ਹੈ। ਕਿਸੇ ਵਕਤ ਵੀ ਆ ਸਕਦਾ ਹੈ, ਕੋਈ ਵੀ ਕਰ ਸਕਦਾ ਹੈ। ਪਰ ਜਿਵੇਂ ਹੀ ਸਿਗਨਲ ਗਿਆ, ਜਿਵੇਂ ਹੀ ਸੰਬੰਧ ਟੁੱਟ ਗਿਆ, ਉਵੇਂ ਹੀ ਕੋਈ ਬੰਦਾ ਲੱਖ ਮੈਸੇਜ ਕਰੇ, ਲੱਖ ਵਾਰੀ ਫੋਨ ਕਰੇ, ਕੋਈ ਲਾਭ ਨਹੀਂ। ਅਸੀਂ ਮਨ ਕਰਕੇ ਵਾਹਿਗੁਰੂ ਨਾਲ ਜਦੋਂ ਜੁੜੇ ਰਵਾਂਗੇ, ਚਾਹੇ ਅਸੀਂ ਕਿਤੇ ਵੀ ਹੋਈਏ, ਜਦੋਂ ਸਾਡਾ ਉਹਦੇ ਨਾਲ ਸੰਬੰਧ ਜੁੜਿਆ ਰਹੇਗਾ, ਸਾਡਾ ਸਿਗਨਲ ਉਸ ਵਾਹਿਗੁਰੂ ਦੇ ਚਰਨਾਂ ਨਾਲ ਜੁੜਿਆ ਰਹੇਗਾ, ਸਿਗਨਲ ਮਿਲਦਾ ਰਹੇਗਾ ਸਾਨੂੰ, ਤਦੋਂ ਹਰ ਥਾਂ ਆਨੰਦ ਹੀ ਆਨੰਦ ਹੈ, ਹਰ ਥਾਂ ਸੁੱਖ ਹੀ ਸੁੱਖ ਹੈ। ਇਸ ਲਈ ਸਤਿਗੁਰੂ ਕਹਿੰਦੇ ਨਾਮ ਜਪੋ ਨਾਮੇ ਸੁਖ ਪਾਵੋ। ਵਾਹਿਗੁਰੂ ਦੇ ਨਾਮ ਨੂੰ ਜਪੋ ਤੇ ਉਸ ਨੂੰ ਜਪ ਕੇ ਸੁਖ ਪ੍ਰਾਪਤ ਕਰ ਲਵੋ। ਇਸ ਲਈ ਸੁਖ ਪ੍ਰਾਪਤ ਕਰਨ ਲਈ ਹੋਰ ਕੁਝ ਵੀ ਕਰਨ ਦੀ ਜ਼ਰੂਰਤ ਨਹੀਂ। ਸੁਖ ਪ੍ਰਾਪਤ ਕਰਨ ਲਈ ਸਿਰਫ ਮਨ ਨੂੰ ਵਾਹਿਗੁਰੂ ਦੇ ਨਾਮ ਨਾਲ ਜੋੜਨ ਦੀ ਲੋੜ ਹੈ। ਗੁਰੂ ਅਮਰਦਾਸ ਮਹਾਰਾਜ ਇਹੀ ਗੱਲ ਕਹਿੰਦੇ ਨੇ ਸਾਨੂੰ। ਸਤਿਗੁਰੂ ਕਹਿੰਦੇ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਤੂੰ ਵਾਹਿਗੁਰੂ ਨਾਲ ਜੁੜਿਆ ਰਹੋ, ਹਰ ਨਾਲ ਰਹੋ, ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ। ਉਹ ਤੇਰੇ ਸਾਰੇ ਦੁੱਖ ਖਤਮ ਕਰ ਦੇਗਾ। ਇੱਥੇ ਹੀ ਬਸ ਨਹੀਂ, ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਨਾ। ਉਹ ਤੇਰੇ ਸਾਰੇ ਕਾਰਜ ਸਵਾਰ ਦੇਗਾ। ਇਸ ਲਈ ਤੂੰ ਜੁੜਿਆ ਰਹੋ ਉਹਦੇ ਨਾਲ, ਤੂੰ ਜੁੜਿਆ ਰਹੋ। ਸਰੀਰ ਸਾਡਾ ਜੁੜਿਆ ਹੋਇਆ ਹੈ, ਹੁਣ ਮਨ ਨੂੰ ਜੋੜਨ ਦਾ ਯਤਨ ਕਰੋ। ਸਰੀਰ ਜੁੜ ਗਿਆ, ਸਰੀਰ ਬਹਿ ਗਿਆ ਆ ਕੇ, ਸਰੀਰ ਚੱਲ ਕੇ ਆ ਗਿਆ ਘਰੋਂ, ਹੁਣ ਮਨ ਨੂੰ ਜੋੜੋ, ਹੁਣ ਮਨ ਨੂੰ ਲਾਓ। ਜਿਵੇਂ ਜਿਵੇਂ ਲਗਾਓਗੇ ਉਵੇਂ ਉਵੇਂ ਆਨੰਦ ਬਣੇਗਾ, ਉਵੇਂ ਉਵੇਂ ਸੁੱਖ ਹਾਸਲ ਹੋਏਗਾ। ਇਸ ਲਈ ਸਤਿਗੁਰੂ ਕਹਿੰਦੇ ਨਾਮ ਰੱਖੋ ਗੁਰਮਤਿ ਮਨ ਚੀਤਾ। ਗੁਰੂ ਦੀ ਮੱਤ ਤੇ ਚੱਲ ਕੇ ਵਾਹਿਗੁਰੂ ਦੇ ਨਾਮ ਨੂੰ ਆਪਣੇ ਮਨ ਚਿੱਤ ਵਿੱਚ ਰੱਖੋ, ਆਪਣੇ ਚਿੱਤ ਵਿੱਚ, ਚੇਤੇ ਵਿੱਚ ਰਵੇ ਸਾਡੇ ਹਰ ਵੇਲੇ। ਸਾਨੂੰ ਚੇਤਾ ਨਾ ਭੁੱਲੇ। ਚੇਤਾ ਭੁੱਲਦਾ ਤਾਂ ਹੀ ਦਿੱਕਤ ਆਉਂਦੀ ਹੈ। ਬਸ ਸਾਨੂੰ ਭੁੱਲੇ ਨਾ। ਜਦੋਂ ਅਸੀਂ ਭੁੱਲਦੇ ਹਾਂ ਤਦੋਂ ਹੀ ਦੁੱਖ ਖਲੋ ਜਾਂਦਾ ਹੈ ਸਾਡੇ ਸਾਹਮਣੇ। ਐਸਾ ਬਹੁਤ ਦਫਾ ਹੁੰਦਾ ਹੈ ਕਿ ਪਤਨੀ ਨੇ ਪਤੀ ਨੂੰ ਕੁਛ ਲਿਆਉਣ ਵਾਸਤੇ ਕਿਹਾ, ਉਹਨੂੰ ਚੇਤਾ ਭੁੱਲ ਗਿਆ। ਚੇਤਾ ਭੁੱਲਣ ਦੀ ਵਜ੍ਹਾ ਕਰਕੇ ਘਰ 'ਚ ਕਲੇਸ਼ ਹੋ ਗਿਆ। ਬਸ ਜਿਵੇਂ ਹੀ ਸਾਨੂੰ ਵਾਹਿਗੁਰੂ ਦਾ ਨਾਮ ਭੁੱਲਦਾ ਹੈ ਤਾਂ ਸਾਡੇ ਦੁੱਖ ਖੜੇ ਹੋ ਜਾਂਦੇ ਨੇ, ਉਵੇਂ ਹੀ ਕਲੇਸ਼ ਖੜੋ ਜਾਂਦੇ ਨੇ ਸਾਹਮਣੇ। ਜਿਵੇਂ ਹੀ ਉਹ ਵਿਸਰਦਾ ਹੈ, ਜਿਵੇਂ ਹੀ ਉਹ ਭੁੱਲਦਾ ਹੈ। ਇਸ ਲਈ ਉਹ ਸਾਡੇ ਚਿੱਤ ਵਿੱਚੋਂ ਨਾ ਨਿਕਲੇ, ਉਹ ਸਾਡੇ ਚੇਤੇ ਵਿੱਚੋਂ ਨਾ ਨਿਕਲੇ।
फिर सुख है, फिर आनंद है। सतगुरु कहते हर हर नाम की मन भूख लगाई। वाहिगुरु दे नाम दी मन विच भुख लगी है। मन नूं माया दीयां जिहड़ियां भुखां ने ना उन्हां नाल तृप्ति नहीं आउंदी। सब कुछ हासिल करन दे बावजूद भी लोग रजदे नहीं, क्योंकि वो चीज़ां मन नाल संबंधित है ही नहीं। उन्हां दा मन नाल कोई वाह वास्ता नहीं है। घर बार, चीज़ां, पैसा, खाण पीण दीयां वस्तुआं, दौलत, शौहरत, मान, वडियाई, इन्हां चीज़ां विचों मन नूं कुछ भी हासिल नहीं हुंदा। पैसे नाल मन नूं कोई सकून नहीं मिलदा। वधिया घर-बार नाल मन नूं कुछ लेना देना नहीं है। मन ते ऐसा है कि जिवें ही इस नूं वधिया घर-बार मिलिया, मन उस तों भी वधिया दी कल्पना करनी शुरू कर दिंदा है। जिवें ही वधिया कार मिली, उस तो अगां, उस तो एडवांस दी एक कल्पना करन लग जांदा है, उस तो अगे दी सोचण लग जांदा है। इस करके ये कदे तृप्त नहीं हुंदा। ते वो जिहड़ियां चीज़ां मिलदियां भी ने, उन्हां मिलदियां होईयां चीज़ां दा सुख शरीर नूं हुंदा है। कार दा सुख शरीर नूं है, घर दा सुख शरीर नूं है, घर विच लगियां चीज़ां दा सुख शरीर नूं है, खाण पीण दीयां वस्तुआं दा सुख शरीर नूं है, पैसे दा सुख शरीर नूं है। मन नूं कुछ भी नहीं, क्योंकि मन ने ना कपड़ा पहनना है, मन ने ना रोटी खानी है, मन ने ना किसी गड्डी विच बहना है, मन ने ना किसी हवाई जहाज से चढ़ना है, मन नूं ना किसी महंगे मोबाइल फोन की जरूरत है। मन नूं वो कुछ भी नहीं चाहिदा है जिहड़ियां चीज़ां शरीर नूं चाहीदियां। मन की जरूरत ही नहीं है। वो मन नूं किसी नाल गल करन वास्ते फोन की लोड़ नहीं पैंदी। असीं इत्थे बैठे हाँ, मन कनेडा अमरीका पहुंचा हुआ है, इसलिए मन नूं जहाज़ां की भी जरूरत नहीं पैंदी, गड्डियां की भी लोड़ नहीं पैंदी। ये तो बस फुरना आया नहीं तो उत्थे पहुंच गया जिथों का फुरना आया। इसलिए मन का संबंध चीज़ां नाल नहीं है, शरीर का संबंध चीज़ां नाल है। शरीर का संबंध पदार्थां नाल है। शरीर पदार्थ नहीं है, मन पदार्थ नहीं है, शरीर पदार्थ है। क्योंकि शरीर पदार्थां नाल मिल के ही ते बनिया, पर मन पदार्थ नहीं है, इसलिए इसकी जरूरत पदार्थ नहीं हो सकती। सतगुरु कहते जिस बंदे नूं माया की भुख है, उन्होंने कदे तृप्ति नहीं आउंदी, ते जिस बंदे नूं वाहिगुरू दे नाम की भुख है, वो बंदा रज जांदा है। इसलिए वाहिगुरू दे नाम की भुख, ते ओदी भुख लगेगी किवें? क्योंकि जद तक भुख नहीं लगती, उदों तक असी खाने वाल नूं देखदे नहीं। जरूरत ही नहीं उन्होंने देखण दी, क्योंकि जद रज्जे होए आ, रज्जिया होया बंदा थोड़ी ना रोटी वाल नूं देखेगा, वो किचन वाल नूं जांदा भी नहीं। भुख दा लगना जरूरी है। रोटी नूं खाण लई, खाने नूं खाण लई, किचन वाल जाण लई भुख चाहिदी है। जद तक बंदे दे मन अंदर वाहिगुरू दे नाम की भुख नहीं पैदा हुंदी, उदों तक वो नाम वाले पासे नूं तुरदा नहीं है, उदों तक वो इधर नूं जांदा ही नहीं। ते फिर ये भुख पैदा किवें हुंदी है? ये भुख पैदा हुंदी है जदों असी दुनियावी चीज़ां नूं जाण लैंदे आ, जदों असी सच नूं जाण लैंदे आ, जदों वेख लैंदे आ कि सब चीज़ां मिलण दे बावजूद भी मन रजदा नहीं, जदों असी जाण लैंदे आ कि सब कुछ हासिल हो जाण दे बाद भी खाली खाली लगदा है, कुछ भी मिलिया होया प्रतीत नहीं हुंदा। जदों असी देखते हाँ साडे आले दुआले वापरदियां घटनावां कि इत्थे सब कुछ छड्ड के बंदा तुर जांदा है, इसलिए इन्हां सब चीज़ां दे मगर दौड़ना व्यर्थ है। जदों ये वेख लैंदे आ अपनी अखां नाल, जदों सुणदे आ भगतां दीयां कहाणियां, गुरसिखां दीयां कहाणियां, साखियां,
ਜਦੋਂ ਸੁਣਦੇ ਹਾਂ ਗੁਰੂ ਦਾ ਇਤਿਹਾਸ, ਗੁਰੂ ਦੇ ਬਚਨ, ਗੁਰੂ ਦੀਆਂ ਸਿੱਖਿਆਵਾਂ, ਉਹਨਾਂ ਨੂੰ ਸੁਣ ਕੇ ਮਨ ਵਿੱਚ ਚਾਅ ਉੱਠਦਾ ਹੈ, ਮਨ ਵਿੱਚ ਭੁੱਖ ਲੱਗਦੀ ਹੈ। ਫਿਰ ਉਹਨਾਂ ਨੂੰ ਸੁਣ ਕੇ ਕਿ ਗੁਰੂ ਨੇ ਕਿਰਪਾ ਕਰਕੇ ਇਹੋ ਜਿਹਿਆਂ ਨੂੰ ਵੀ ਤਾਰਿਆ ਜਿਨ੍ਹਾਂ ਨੇ ਬਹੁਤ ਵੱਡੇ ਪਾਪ ਕੀਤੇ ਸਨ। ਉਹਨਾਂ ਦੀਆਂ ਗਾਥਾ ਸੁਣ ਕੇ ਮਨ ਉਸ ਪਾਸੇ ਨੂੰ ਤੁਰਨ ਲੱਗਦਾ ਹੈ, ਮਨ ਨੂੰ ਭੁੱਖ ਲੱਗਦੀ ਹੈ ਫਿਰ ਕਿ ਜੇ ਉਹ ਤਰ ਸਕਦੇ ਨੇ ਤਾਂ ਮੈਂ ਵੀ ਤਰ ਸਕਦਾ ਹੈ। ਜੇ ਬੰਦਿਆਂ ਨੂੰ ਤਲ ਕੇ ਖਾਣ ਵਾਲਾ ਕੌਡਾ ਰਾਖਸ਼ ਤਰ ਸਕਦਾ ਹੈ ਤਾਂ ਫਿਰ ਮੈਂ ਵੀ ਤਰ ਸਕਦਾ ਹਾਂ। ਲੋਕਾਂ ਨੂੰ ਠੱਗਣ ਵਾਲਾ ਸੱਜਣ ਤਰ ਸਕਦਾ ਹੈ ਤਾਂ ਫਿਰ ਮੈਂ ਵੀ ਤਰ ਸਕਦਾ ਹਾਂ। ਜਦੋਂ ਇਸ ਤਰ੍ਹਾਂ ਸੁਣ ਕੇ ਮਨ ਅੰਦਰ ਭੁੱਖ ਪੈਦਾ ਹੁੰਦੀ, ਤਦੋਂ ਗੱਲ ਬਣਦੀ। ਸਤਿਗੁਰੂ ਕਹਿੰਦੇ ਫਿਰ ਭੁੱਖ ਲੱਗਦੀ ਵਾਹਿਗੁਰੂ ਦੇ ਨਾਮ ਦੀ। ਜਿਵੇਂ ਭੁੱਖ ਲੱਗਦੀ ਹੈ ਤਾਂ ਫਿਰ ਖਾਣੇ ਦੀ ਤਲਾਸ਼ ਵਿੱਚ ਵੀ ਬੰਦਾ ਤੁਰਦਾ ਹੈ। ਫਿਰ ਭੁੱਖ ਤੋਂ ਬਿਨਾਂ ਅਸੀਂ ਤੁਰਦੇ ਨਹੀਂ ਹਾਂ। ਜਿਵੇਂ ਅਸੀਂ ਆਪਣੇ ਪੇਟ ਦੀ ਭੁੱਖ ਦੀ ਖਾਤਰ ਹੀ ਸਾਰਾ ਕੁਝ ਖੋਜ ਲਿਆ, ਇੰਡੀਆ ਛੱਡ ਕੇ ਕੈਨੇਡਾ ਅਮਰੀਕਾ ਤੱਕ ਪਹੁੰਚ ਗਏ ਸਿਰਫ ਰੋਟੀ ਦੀ ਖਾਤਰ। ਪਹਿਲਾਂ ਪਹਿਲ ਜੇ ਤੁਸੀਂ ਕੈਨੇਡਾ ਅਮਰੀਕਾ ਆਸਟ੍ਰੇਲੀਆ ਵਸਣ ਵਾਲੇ ਲੋਕਾਂ ਦਾ ਇਤਿਹਾਸ ਪੜ੍ਹੋ, ਜਿਹੜੇ 20ਵੀਂ ਸਦੀ ਦੇ ਆਰੰਭ ਵਿੱਚ ਉੱਥੇ ਗਏ, ਤਾਂ ਉਹ ਉੱਥੇ ਵਸਣ ਨਹੀਂ ਸੀ ਗਏ, ਉੱਥੇ ਰਹਿਣ ਨਹੀਂ ਸੀ ਗਏ, ਉਹ ਸਿਰਫ ਉੱਥੇ ਕਮਾਈ ਕਰਨ ਗਏ ਸੀ। ਜਿਹੜੇ ਪਹਿਲਾਂ ਪਹਿਲ ਲੋਕ ਗਏ ਸਿਰਫ ਕਮਾਈ ਕਰਨ ਵਾਸਤੇ, ਰੋਟੀ ਦੀ ਖਾਤਰ ਗਏ ਸੀ। ਅਸੀਂ ਲੋਕ ਰੋਟੀ ਦੀ ਖਾਤਰ ਹੀ ਭੱਜਦੇ ਹਾਂ, ਰੋਟੀ ਦੀ ਖਾਤਰ ਹੀ, ਰੋਟੀ ਦੀ ਖਾਤਰ ਹੀ ਆ ਸਾਰਾ ਕੁਝ ਹੋਂਦ ਵਿੱਚ ਆਇਆ। ਆ ਜੋ ਵੱਡੀਆਂ ਵੱਡੀਆਂ ਬਿਲਡਿੰਗਾਂ ਬਣ ਗਈਆਂ, ਇਹ ਸਭ ਰੋਟੀ ਦੇ ਚੱਕਰ 'ਚ ਹੀ ਬਣੀਆਂ। ਜਿੰਨੀ ਬੰਦੇ ਨੇ ਤਰੱਕੀ ਕੀਤੀ ਹੈ ਰੋਟੀ ਦੇ ਚੱਕਰ ਵਿੱਚ ਹੀ ਕੀਤੀ ਹੈ। ਇਹ ਸਾਰਾ ਵਿਕਾਸ ਇਹ ਰੋਟੀ ਨੇ ਕਰਾਇਆ, ਬੰਦੇ ਦੀ ਪੇਟ ਦੀ ਭੁੱਖ ਨੇ ਕਰਾਇਆ। ਇਸ ਲਈ ਜਦੋਂ ਭੁੱਖ ਲੱਗਦੀ ਹੈ ਤਾਂ ਬੰਦਾ ਫਿਰ ਕੁਛ ਨਾ ਕੁਛ ਆਹਰ ਕਰਦਾ ਹੀ ਹੈ, ਕੁਛ ਨਾ ਕੁਛ ਉਪਰਾਲਾ ਕਰਦਾ ਹੀ ਹੈ। ਜਿਸ ਦਿਨ ਵਾਹਿਗੁਰੂ ਦੇ ਨਾਮ ਦੀ ਭੁੱਖ ਲੱਗੇਗੀ ਤੁਸੀਂ ਆਹਰ ਕਰੋਗੇ, ਕੁਛ ਨਾ ਕੁਛ ਯਤਨ ਕਰੋਗੇ, ਕਿਉਂਕਿ ਉਹ ਭੁੱਖ ਸੌਣ ਨਹੀਂ ਦਿੰਦੀ। ਜਦੋਂ ਸਾਨੂੰ ਭੁੱਖ ਲੱਗੀ ਹੋਵੇ ਤਾਂ ਨੀਂਦ ਆਉਂਦੀ ਰਾਤ ਨੂੰ? ਨਹੀਂ। ਲੋਕ ਅੱਧੀ ਰਾਤ ਨੂੰ ਵੀ ਉੱਠ ਕੇ ਕਿਚਨ ਵਿੱਚੋਂ ਕੁਛ ਨਾ ਕੁਛ ਖਾਂਦੇ ਨੇ। ਖਾਣ ਨੂੰ ਨਹੀਂ ਹੈ ਕੁਛ ਤਾਂ ਖੰਡ ਦਾ ਹੀ ਫੱਕਾ ਮਾਰ ਲੈਂਦੇ ਨੇ, ਕਿਉਂਕਿ ਪੇਟ ਨੂੰ ਸ਼ਾਂਤ ਕਰਨਾ ਹੈ ਨਾ, ਪੇਟ ਦੀ ਭੁੱਖ ਨੂੰ। ਇਸ ਲਈ ਜਦੋਂ ਉਹਦੇ ਨਾਮ ਦੀ ਭੁੱਖ ਲੱਗਦੀ ਹੈ ਤਾਂ ਬੰਦਾ ਉਹਨੂੰ ਸਿਮਰਨ ਵਾਲੇ ਪਾਸੇ ਤੁਰ ਹੀ ਪੈਂਦਾ ਹੈ। ਇਸ ਲਈ ਪਹਿਲਾਂ ਭੁੱਖ ਦਾ ਫਿਕਰ ਕਰੋ। ਆਪਾਂ ਇਹੀ ਕਰਦੇ ਨਾ ਕਿ ਜਿਸ ਬੰਦੇ ਨੂੰ ਭੁੱਖ ਨਹੀਂ ਨਾ ਲੱਗਦੀ ਉਹਨੂੰ ਫਿਕਰ ਲੱਗ ਜਾਂਦੀ ਕੀ ਕਰਾਂ, ਉਹ ਫਿਰ ਸੈਰ ਕਰਦਾ ਹੈ। ਨਹੀਂ ਉਹਦੇ ਨਾਲ ਗੱਲ ਬਣਦੀ ਤਾਂ ਫਿਰ ਉਹ ਕਈ ਤਰ੍ਹਾਂ ਦੀਆਂ ਹਾਜ਼ਮੇ ਦੀਆਂ ਗੋਲੀਆਂ ਖਾਂਦਾ ਕਿ ਇੰਝ ਹੀ ਭੁੱਖ ਲੱਗਦਾ, ਠੰਡਾ ਤੱਤਾ ਪਾਣੀ ਪੀਂਦਾ ਕਿ ਭੁੱਖ ਲੱਗੇ, ਕਿਉਂਕਿ ਭੁੱਖ ਲੱਗੇਗੀ ਤਾਂ ਖਾ ਸਕੇਗਾ, ਭੁੱਖ ਨਹੀਂ ਲੱਗੇਗੀ ਤਾਂ ਉਹ ਖਾਏਗਾ ਹੀ ਨਹੀਂ, ਖਾਣ ਦਾ ਸਵਾਦ ਹੀ ਨਹੀਂ ਆਵੇਗਾ। ਇਸ ਲਈ ਪਹਿਲਾਂ ਭੁੱਖ ਦਾ ਆਹਰ ਕਰ ਲਵੋ ਕਿ ਮੇਰੇ ਅੰਦਰ ਭੁੱਖ ਲੱਗੇ ਵਾਹਿਗੁਰੂ ਦੇ ਨਾਮ ਦੀ। ਜਦੋਂ ਨਾਮ ਦੀ ਭੁੱਖ ਲੱਗ ਗਈ ਤਾਂ ਫਿਰ ਉਸ ਭੁੱਖ ਨੇ ਤੁਹਾਨੂੰ ਟਿਕ ਕੇ ਬਹਿਣ ਨਹੀਂ ਦੇਣਾ। ਫਿਰ ਤੁਸੀਂ ਸਿਮਰਨ ਦਾ ਕੋਈ ਨਾ ਕੋਈ ਆਹਰ ਕਰੋਗੇ ਹੀ, ਫਿਰ ਤੁਸੀਂ ਗੁਰਸਿੱਖਾਂ ਦੀਆਂ ਕਥਾ ਕਹਾਣੀਆਂ ਸੁਣੋਗੇ ਹੀ, ਫਿਰ ਤੁਸੀਂ ਗੁਰੂ ਦੇ ਦਰ ਤੇ ਪਹੁੰਚੋਗੇ ਹੀ, ਕਿਉਂਕਿ ਇਹ ਖੁਰਾਕ ਗੁਰੂ ਕੋਲੋਂ ਮਿਲਦੀ ਹੈ। ਬਿਲਕੁਲ ਐਸਾ ਹੀ ਜਿਵੇਂ ਲੰਗਰ ਦੇ ਟਾਈਮ ਉਹ ਵੀ ਲੋਕ ਆ ਜਾਂਦੇ ਨੇ ਜਿਹੜੇ ਕਥਾ ਕੀਰਤਨ ਨਹੀਂ ਸੁਣਦੇ, ਪਹੁੰਚ ਜਾਂਦੇ ਨੇ ਨਾ, ਬਿਲਕੁਲ ਟਾਈਮ ਸਿਰ ਪਹੁੰਚ ਜਾਂਦੇ ਨੇ। ਐਸਾ ਹੀ ਜਦੋਂ ਗੁਰੂ ਦੇ ਨਾਮ ਦੀ ਭੁੱਖ ਲੱਗਦੀ ਹੈ ਤਾਂ ਗੁਰੂ ਸਿੱਖ ਪਹੁੰਚ ਹੀ ਜਾਂਦਾ ਹੈ ਗੁਰੂ ਦੇ ਦਰ। ਉਹ ਸ਼ਬਦ ਦੀ ਖੁਰਾਕ ਲੈਣ ਲਈ ਗੁਰੂ ਦੇ ਚਰਨਾਂ ਤੇ ਆ ਹੀ ਜਾਂਦਾ ਹੈ। ਉਹਨੂੰ ਖਿੱਚ ਕੇ ਨਹੀਂ ਲਿਆਉਣਾ ਪੈਂਦਾ, ਉਹਦੇ ਘਰ ਦੇ ਵਿੱਚ ਜਾ ਕੇ ਸੁਨੇਹਾ ਨਹੀਂ ਦੇਣਾ ਪੈਂਦਾ ਕਿ ਭਾਈ ਕਥਾ ਕੀਰਤਨ ਹੋਣਾ ਹੈ, ਗੁਰੂ ਦੇ ਦਰ ਪਹੁੰਚ ਜਾਈ। ਨਹੀਂ, ਉਹ ਆਪੇ ਹੀ ਆ ਜਾਂਦਾ ਹੈ ਜਦੋਂ ਭੁੱਖ ਲੱਗਦੀ ਹੈ, ਉਹ ਖਿੱਚਿਆ ਚਲਾ ਆਉਂਦਾ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਹਰ ਹਰ ਨਾਮ ਕੀ ਮਨ ਭੂਖ ਲਗਾਈ। ਉਹਦੇ ਨਾਮ ਦੀ ਮਨ ਨੂੰ ਭੁੱਖ ਲੱਗੀ ਹੈ, ਨਾਮ ਸੁਣਿਆ
ਉਹਦੇ ਨਾਮ ਨੂੰ ਸੁਣਨ ਨਾਲ ਮਨ ਤ੍ਰਿਪਤ ਹੈ ਮੇਰੇ ਭਾਈ। ਮਨ ਤ੍ਰਿਪਤ ਹੀ ਤਾਂ ਹੁੰਦਾ ਜਦੋਂ ਉਹਨੂੰ ਸੁਣਦੇ ਹਾਂ। ਮਨ ਨੂੰ ਰੱਜ ਹੀ ਤਾਂ ਆਉਂਦਾ ਹੈ, ਉਸ ਤੋਂ ਬਿਨਾਂ ਰੱਜ ਆਉਂਦਾ ਹੀ ਨਹੀਂ। ਸਭ ਚੀਜ਼ਾਂ ਹਾਸਲ ਕਰਕੇ ਵੀ ਰੱਜਦੇ ਥੋੜ੍ਹੀ ਆ, ਸਭ ਖਾ ਪੀ ਕੇ ਵੀ ਰੱਜ ਥੋੜ੍ਹੀ ਆਉਂਦਾ। ਫਿਰ ਵੀ ਭੁੱਖ ਖਲੋਤੀ ਰਹਿੰਦੀ ਹੈ। ਸਵੇਰ ਦਾ ਖਾ ਲਿਆ, ਦੁਪਹਿਰੇ ਫਿਰ ਭੁੱਖ ਲੱਗ ਜਾਏਗੀ, ਦੁਪਹਿਰੇ ਖਾ ਲਿਆ, ਰਾਤ ਫਿਰ ਭੁੱਖ ਲੱਗ ਜਾਏਗੀ। ਰਾਤ ਅਸੀਂ ਪਤਾ ਨਹੀਂ ਕਿਵੇਂ ਕੱਢ ਲੈਂਦੇ ਹਾਂ, ਸਵੇਰੇ ਉੱਠਦਿਆਂ ਸਾਰ ਫਿਰ ਭੁੱਖ ਲੱਗ ਜਾਂਦੀ ਹੈ। ਇਸ ਲਈ ਮਨ ਤ੍ਰਿਪਤ ਨਹੀਂ ਹੁੰਦਾ, ਚਾਹੇ ਕੁਛ ਵੀ ਮਿਲ ਜਾਏ। ਲੱਖ ਮਿਲ ਗਏ ਨਹੀਂ ਤ੍ਰਿਪਤ ਹੁੰਦਾ, ਕਰੋੜ ਮਿਲ ਜਾਏ ਤਾਂ ਵੀ ਤ੍ਰਿਪਤ ਨਹੀਂ ਹੁੰਦਾ। ਇਸ ਲਈ ਸਤਿਗੁਰੂ ਕਹਿੰਦੇ ਤ੍ਰਿਪਤੀ ਤਦੋਂ ਹੀ ਆਉਂਦੀ ਜਦੋਂ ਉਹਦੇ ਨਾਮ ਨੂੰ ਸੁਣਦਾ ਹੈ, ਉਹਦੇ ਨਾਮ ਵਿੱਚ ਲੱਗਦਾ ਹੈ। ਨਾਮ ਸੁਣਿਆ ਮਨ ਤ੍ਰਿਪਤ ਹੈ ਮੇਰੇ ਭਾਈ। ਨਾਮ ਜਪੋ ਮੇਰੇ ਗੁਰਸਿੱਖ ਮੀਤਾ। ਹੇ ਮੇਰੇ ਗੁਰੂ ਦੇ ਸਿੱਖ, ਹੇ ਮੇਰੇ ਮੀਤ, ਮੇਰੇ ਮਿੱਤਰ, ਵਾਹਿਗੁਰੂ ਦੇ ਨਾਮ ਨੂੰ ਜਪੋ। ਨਾਮ ਜਪੋ ਨਾਮੇ ਸੁਖ ਪਾਵੋ। ਨਾਮ ਰੱਖੋ ਗੁਰਮਤਿ ਮਨ ਚੀਤਾ। ਗੁਰੂ ਦੀ ਮੱਤ ਨੂੰ ਆਪਣੇ ਅੰਦਰ ਧਾਰਨ ਕਰੋ, ਉਹਦਾ ਨਾਮ ਆਪਣੇ ਮਨ ਚਿੱਤ ਵਿੱਚ ਵਸਾਵੋ ਤਾਂ ਸੁੱਖ ਪ੍ਰਾਪਤ ਹੋਵੇਗਾ। ਰਹਾਓ ਨਾਮੋ ਨਾਮ ਸੁਣੀ ਮਨ ਸਰਸਾ। ਵਾਹਿਗੁਰੂ ਦਾ ਨਾਮ ਸੁਣ ਕੇ ਹੀ ਮਨ ਰਸ ਨਾਲ ਭਰ ਗਿਆ। ਰਸ ਸਰਸਾ, ਸਰਸ, ਰਸ ਸਹਿਤ, ਰਸ ਸਹਿਤ ਹੋ ਗਿਆ ਉਹਦੇ ਨਾਮ ਨੂੰ ਸੁਣ ਕੇ। ਇਸ ਲਈ ਸੁਣਨ ਦਾ ਆਪਣਾ ਹੀ ਇੱਕ ਮਹਾਤਮ ਹੈ, ਸੁਣਨ ਦਾ ਆਪਣਾ ਹੀ ਇੱਕ ਰਸ ਹੈ। ਇਸ ਲਈ ਸੁਣੋ। ਜ਼ਿਆਦਾਤਰ ਜਦੋਂ ਕੀਰਤਨ ਹੋ ਰਿਹਾ ਹੋਵੇ, ਕਥਾ ਹੋ ਰਹੀ ਹੋਵੇ, ਗੁਰਬਾਣੀ ਦਾ ਪਾਠ ਹੋ ਰਿਹਾ ਹੋਵੇ, ਉਦੋਂ ਸਿਰਫ ਇੱਕੋ ਹੀ ਕੰਮ ਕਰਨਾ ਹੈ, ਸਿਰਫ ਸੁਣਨਾ ਹੈ। ਬਸ ਸਿਰਫ ਸੁਣਨਾ। ਉਸ ਵੇਲੇ ਕੁਝ ਹੋਰ ਨਹੀਂ ਕਰੀਦਾ, ਉਸ ਵੇਲੇ ਕੁਝ ਨਹੀਂ ਹੋਰ ਕਰਨਾ। ਨਾ ਇੱਧਰ ਉੱਧਰ ਦੇਖਣ ਦੀ ਜ਼ਰੂਰਤ ਹੈ, ਕੌਣ ਆ ਰਿਹਾ ਕੌਣ ਜਾ ਰਿਹਾ, ਇਸ ਵੱਲ ਧਿਆਨ ਦੇਣ ਦੀ ਜ਼ਿਆਦਾ ਵੀ ਜ਼ਰੂਰਤ ਨਹੀਂ। ਨਾ ਉਸ ਵੇਲੇ ਵੱਖਰੇ ਤੌਰ ਤੇ ਆਪਣੇ ਤਰਫੋਂ ਕੁਝ ਬੋਲਣ ਦੀ ਜ਼ਰੂਰਤ ਹੈ। ਨਾ ਨੇੜੇ ਤੇੜੇ ਕਿਸੇ ਬੈਠੇ ਨਾਲ ਕੋਈ ਗੱਲ ਕਰਨ ਦੀ ਲੋੜ ਹੈ। ਬਸ ਸਿਰਫ ਉਹਨੂੰ ਸੁਣਨਾ, ਸੁਣਨ ਤੋਂ ਬਿਨਾਂ ਹੋਰ ਕੁਛ ਨਹੀਂ ਕਰਨਾ। ਇਸ ਕਰਕੇ ਸਤਿਗੁਰੂ ਕਹਿੰਦੇ ਜਦੋਂ ਸੁਣੋਗੇ ਉਸ ਨੂੰ ਤਾਂ ਰਸ ਨਾਲ ਭਰੋਗੇ। ਨਾਮੋ ਨਾਮ ਸੁਣੀ ਮਨ ਸਰਸਾ। ਮਨ ਸਰਸ ਗਿਆ, ਰਸ ਨਾਲ ਭਰ ਗਿਆ, ਮਨ ਹਰਿਆ ਹੋ ਗਿਆ, ਮਨ ਹਰਿਆ ਭਰਿਆ ਹੋ ਗਿਆ। ਨਾਮ ਲਾਹਾ ਲੈ ਗੁਰਮਤ ਬਿਗਸਾ। ਵਾਹਿਗੁਰੂ ਦੇ ਨਾਮ ਦਾ ਲਾਹਾ ਲੈ ਕੇ ਗੁਰੂ ਦੀ ਮੱਤ ਤੇ ਚੱਲ ਕੇ ਮਨ ਬਿਗਸ ਗਿਆ। ਬਿਗਸ ਗਿਆ ਮਤਲਬ ਖਿੜ ਗਿਆ, ਖਿੜਿਆ, ਖਿੜਾਓ ਆਉਂਦਾ। ਜਿਵੇਂ ਜਿਵੇਂ ਫੁੱਲਾਂ ਦੇ ਅੰਦਰ, ਫਲਾਂ ਦੇ ਅੰਦਰ ਰਸ ਭਰਦਾ ਜਾਂਦਾ ਹੈ, ਉਹ ਖਿੜਦੇ ਜਾਂਦੇ ਨੇ, ਉਹਨਾਂ ਦਾ ਖਿੜਾਓ ਆਉਂਦਾ ਜਾਂਦਾ। ਬਸ ਇਹੀ ਖਿਆਲ ਰੱਖਣਾ ਕਿ ਜਿਵੇਂ ਫੁੱਲ ਦੇ ਅੰਦਰ ਰਸ ਆਉਂਦਾ ਤਾਂ ਉਹ ਖਿੜਦਾ ਹੈ। ਉਹਨੂੰ ਖਿੜਨ ਦਾ ਪਖੰਡ ਨਹੀਂ ਕਰਨਾ ਪੈਂਦਾ, ਉਹਨੂੰ ਖੁਸ਼ ਹੋਣ ਦਾ ਦਿਖਾਵਾ ਨਹੀਂ ਕਰਨਾ ਪੈਂਦਾ, ਆਪਣੇ ਮੂੰਹ ਦੇ ਉੱਤੇ ਨਕਲੀ ਦੀ ਫੇਕ ਸਮਾਈਲ ਨਹੀਂ ਲਿਆਉਣੀ ਪੈਂਦੀ। ਜਦੋਂ ਉਹ ਖਿੜਦਾ ਤਾਂ ਉਹ ਖਿੜਦਾ ਸੁਭਾਵਕ, ਜਦੋਂ ਉਹ ਪ੍ਰਸੰਨ ਹੁੰਦਾ ਤਾਂ ਸੁਭਾਵਕ ਪ੍ਰਸੰਨ ਹੁੰਦਾ। ਉਹ ਪਖੰਡ ਨਹੀਂ ਕਰਦਾ, ਉਹ ਝੂਠ ਨਹੀਂ ਬੋਲਦਾ, ਦਿਖਾਵਾ ਨਹੀਂ ਕਰਦਾ ਹੈ। ਉਹਦਾ ਆਨੰਦ ਝਲਕ ਉੱਠਦਾ ਹੈ ਉਹਦੇ ਚਿਹਰੇ ਤੋਂ, ਕਿਉਂਕਿ ਜੋ ਅੰਦਰ ਹੋਵੇਗਾ ਉਹੀ ਬਾਹਰ ਹੋਵੇਗਾ। ਇਸ ਲਈ ਝੂਠੀ ਸਮਾਈਲ, ਝੂਠਾ ਆਨੰਦ, ਝੂਠਾ ਹੱਸਣਾ, ਮੁਸਕਰਾਉਣਾ ਉਹ 1-2 ਮਿੰਟ 2-4 ਮਿੰਟ ਵਿੱਚ ਹੀ ਖਤਮ। ਪਰ ਤੁਹਾਡੀ ਅੰਦਰ ਦੀ ਖੁਸ਼ੀ ਉਹ ਤੁਹਾਡੇ ਚਿਹਰੇ ਤੇ ਹਰ ਵੇਲੇ ਰਹੇਗੀ। ਉਹ ਹਰ ਵੇਲੇ ਕੋਈ ਵੀ ਆ ਜਾਵੇ, ਤੁਹਾਨੂੰ ਕੋਈ ਪਿਆਰ ਕਰਨ ਵਾਲਾ, ਤੁਹਾਨੂੰ ਕੋਈ ਨਫ਼ਰਤ ਕਰਨ ਵਾਲਾ, ਉਸ ਨੂੰ ਦੇਖ ਕੇ ਤੁਹਾਡੀ ਖੁਸ਼ੀ, ਤੁਹਾਡਾ ਆਨੰਦ ਉਹ ਗਵਾਚੇਗਾ ਨਹੀਂ। ਜਿਹੜਾ ਸਾਨੂੰ ਨਫ਼ਰਤ ਕਰਦਾ ਹੋਵੇ ਜਾਂ ਜਿਹਨੂੰ ਅਸੀਂ ਨਫ਼ਰਤ ਕਰਦੇ ਹੋਈਏ ਉਹ ਬੰਦਾ ਦਿਸ ਪਵੇ ਤਾਂ ਬੰਦਾ ਖਿਝ ਜਾਂਦਾ ਹੈ।
ਮੱਥੇ ਦੇ ਤਿਉੜੀ ਆ ਜਾਂਦੀ ਕਿ ਕਿੱਥੇ ਟੱਕਰ ਗਿਆ ਨੈਸ਼ ਜਿਹਾ ਸਵੇਰੇ ਸਵੇਰੇ। ਉਹ ਤੁਹਾਡਾ ਆਨੰਦ ਗਵਾਚ ਜਾਂਦਾ ਨਾਲ ਦੀ ਨਾਲ। ਪਰ ਜਿਵੇਂ ਹੀ ਤੁਸੀਂ ਆਨੰਦ ਨਾਲ ਭਰੇ ਹੋ, ਚਾਹੇ ਕੋਈ ਦੁਸ਼ਮਣ ਵੀ ਆ ਜਾਵੇ ਤਾਂ ਉਹਨੂੰ ਦੇਖ ਕੇ ਵੀ ਚਿਹਰੇ ਤੇ ਮੁਸਕਰਾਹਟ ਆ ਜਾਂਦੀ ਹੈ, ਉਹਨੂੰ ਦੇਖ ਕੇ ਵੀ ਆਨੰਦ ਆ ਜਾਂਦਾ ਹੈ। ਇਸ ਲਈ ਸਤਿਗੁਰੂ ਸਮਝਾਉਂਦੇ, ਨਾਮ ਲਾਹਾ ਲੈ ਗੁਰਮਤਿ ਵਿਗਸਾ। ਵਿਗਸ ਗਿਆ ਬੰਦਾ, ਖਿੜ ਗਿਆ। ਇਸ ਲਈ ਉਹ ਮੁਰਝਾਉਂਦਾ ਨਹੀਂ, ਉਹ ਸੁੰਗੜਦਾ ਨਹੀਂ, ਉਹ ਖਿੜਦਾ ਹੈ। ਇਸ ਲਈ ਖਿੜਨਾ, ਮੁਰਝਾਉਣਾ ਨਹੀਂ। ਚਾਹੇ ਆਪਣੇ ਮਿੱਤਰ ਨੂੰ ਦੇਖੋ ਤੇ ਚਾਹੇ ਦੁਸ਼ਮਣ ਨੂੰ, ਖਿੜਾਓ ਆਵੇ, ਮੁਰਝਾਹਟ ਨਾ ਆਵੇ। ਸਤਿਗੁਰੂ ਕਹਿੰਦੇ, ਨਾਮ ਬਿਨਾ ਕੁਸ਼ਟੀ ਮੋਹ ਅੰਧਾ। ਵਾਹਿਗੁਰੂ ਦੇ ਨਾਮ ਤੋਂ ਬਿਨਾ ਬੰਦਾ ਕੁਸ਼ਟੀ ਹੈ, ਕੋੜੀ ਹੈ। ਮੋਹ ਦੇ ਵਿੱਚ ਅੰਨਾ ਹੋਇਆ, ਮੋਹ ਅੰਧਾ, ਮੋਹ ਦੇ ਵਿੱਚ ਅੰਨਾ ਹੋਇਆ। ਮੋਹ ਦੇ ਵਿੱਚ ਬੰਦੇ ਨੂੰ ਕੁਛ ਨਹੀਂ ਦਿਸਦਾ ਉਸ ਚੀਜ਼ ਤੋਂ ਬਿਨਾ ਜਿਸ ਚੀਜ਼ ਦਾ ਮੋਹ ਹੈ। ਤੇ ਮੋਹ ਕਿਹਦਾ ਹੁੰਦਾ ਹੈ? ਮੋਹ ਮੇਰੇ ਦਾ, ਮੋਹ ਮੈਂ ਦਾ, ਮੇਰੀਆਂ ਚੀਜ਼ਾਂ ਦਾ। ਜਿਹਦਾ ਸੰਬੰਧ ਮੈਂ ਨਾਲ ਹੈ ਉਹਨਾਂ ਚੀਜ਼ਾਂ ਦਾ ਮੋਹ ਹੁੰਦਾ ਹੈ, ਹੋਰ ਕਿਸੇ ਦਾ ਨਹੀਂ। ਸਤਿਗੁਰੂ ਕਹਿੰਦੇ, ਮੋਹ ਦੇ ਵਿੱਚ ਬੰਦਾ ਅੰਨਾ ਹੋ ਜਾਂਦਾ ਹੈ ਤੇ ਨਾਮ ਤੋਂ ਬਿਨਾ ਬੰਦੇ ਦੀ ਹਾਲਤ ਕੋੜੀਆਂ ਵਰਗੀ ਹੋ ਜਾਂਦੀ ਹੈ। ਸਤਿਗੁਰੂ ਕਹਿੰਦੇ ਨੇ ਨਾ, ਗੁਰੂ ਨਾਨਕ ਸਾਹਿਬ ਮਹਾਰਾਜ, ਸਤਿਗੁਰੂ ਕਹਿੰਦੇ, ਜੋ ਪੱਕਾ ਰੋਗੀ ਬਿਲ ਲਾਏ, ਕਿ ਜਿਵੇਂ ਪੱਕਾ ਰੋਗੀ ਤੜਫਦਾ ਹੈ ਕੋੜ ਨਾਲ, ਬਿਲਕੁਲ ਐਸੀ ਹੀ ਹਾਲਤ ਉਸ ਬੰਦੇ ਦੀ ਹੈ ਜਿਹਨੂੰ ਰੱਬ ਦਾ ਨਾਮ ਵਿਸਰ ਜਾਂਦਾ ਹੈ। ਜੈ ਤਨ ਬਾਣੀ ਵਿਸਰ ਜਾਏ, ਜਿਹਨੂੰ ਵਿਸਰ ਗਈ ਬਾਣੀ, ਜਿਹਨੂੰ ਵਿਸਰ ਗਈ ਉਹਦੀ ਸਿਫਤ ਸਲਾਹ, ਉਹ ਕੁਸ਼ਟੀ ਹੋ ਗਿਆ, ਉਹ ਰੋਗੀ ਹੋ ਗਿਆ। ਸਭ ਨੇਫਲ ਕਰਮ ਕੀਏ ਦੁੱਖ ਧੰਦਾ। ਉਹਦੇ ਸਾਰੇ ਕਰਮ ਨੇਫਲ, ਉਹਨੇ ਜਿੰਨੇ ਵੀ ਧੰਦੇ ਕੀਤੇ, ਸਤਿਗੁਰੂ ਕਹਿੰਦੇ ਦੁੱਖ ਦੇ, ਦੁੱਖ ਧੰਦਾ, ਉਹਦਾ ਧੰਦਾ ਵੀ ਉਹਦੇ ਲਈ ਦੁੱਖ ਹੋ ਗਿਆ। ਇਸ ਲਈ ਜਿਹੜਾ ਬੰਦਾ ਹਰ ਵੇਲੇ ਕੁਝਿਆ ਖਪਿਆ ਰਹਿੰਦਾ ਹੈ, ਹਰ ਵੇਲੇ ਅੰਦਰ ਕ੍ਰੋਧ ਨਾਲ ਹੀ ਭਰਿਆ ਰਹਿੰਦਾ ਹੈ, ਈਰਸ਼ਾ ਨਾਲ ਹੀ ਭਰਿਆ ਰਹਿੰਦਾ ਹੈ, ਉਸ ਨੂੰ ਜਰਾ ਜੀ ਗੱਲ ਵੀ ਦੁੱਖ ਦੇ ਜਾਂਦੀ ਹੈ। ਉਹਦਾ ਸੁਭਾਅ ਵੀ ਐਸਾ ਹੋ ਜਾਂਦਾ ਹੈ। ਮੈਂ ਸੁਣਿਆ ਹੈ ਕਿ ਰਜੂਸ਼ ਫਕੀਰ ਦੇ ਕੋਲ ਇੱਕ ਨੌਜਵਾਨ ਆਇਆ। ਉਹ ਨੌਜਵਾਨ ਇਹ ਚਾਹੁੰਦਾ ਸੀ ਕਿ ਕੋਈ ਉਸ ਨੂੰ ਵਾਹਿਗੁਰੂ ਨਾਲ ਜੋੜ ਦੇਵੇ, ਰੱਬ ਦਾ ਉਪਦੇਸ਼ ਦੇ ਦੇਵੇ। ਤੇ ਰਜੂਸ਼ ਇੱਕ ਐਸਾ ਫਕੀਰ ਸੀ ਜਿਹਦੇ ਕੋਲ ਬਹਿ ਕੇ ਹੀ ਰੱਬ ਦੀ ਮੌਜੂਦਗੀ ਦਾ ਅਹਿਸਾਸ ਹੋ ਜਾਂਦਾ ਸੀ। ਜਦੋਂ ਉਹ ਰਜੂਸ਼ ਕੋਲ ਪਹੁੰਚਿਆ, ਉਹਨੇ ਦਰਵਾਜ਼ਾ ਖੋਲ੍ਹਿਆ, ਬੜੀ ਜ਼ੋਰ ਨਾਲ ਦਰਵਾਜ਼ਾ ਖੋਲ੍ਹਿਆ ਤੇ ਉਸ ਦਰਵਾਜ਼ੇ ਨੂੰ ਬੜੀ ਜ਼ੋਰ ਨਾਲ ਉਸਨੇ ਲਗਾਇਆ ਤੇ ਬੜੀ ਆਵਾਜ਼ ਆਈ। ਜਦੋਂ ਰਜੂਸ਼ ਕੋਲ ਆਇਆ, ਰਜੂਸ਼ ਨੂੰ ਉਸਨੇ ਸਲਾਮ ਕੀਤਾ, ਨਮਸਕਾਰ ਕੀਤਾ। ਰਜੂਸ਼ ਨੂੰ ਕਹਿੰਦਾ ਕਿ ਮੈਨੂੰ ਪਰਮਾਤਮਾ ਦੇ ਚਰਨਾਂ ਨਾਲ ਜੋੜ ਦੇਵੋ, ਮੈਨੂੰ ਕਿਰਪਾ ਕਰਕੇ ਉਹਦੇ ਨਾਲ ਮਿਲਾ ਦਿਓ। ਰਜੂਸ਼ ਨੇ ਉਹਦੇ ਵੱਲ ਬੜੀ ਗੌਰ ਨਾਲ ਦੇਖਿਆ, ਸਿਰ ਤੋਂ ਪੈਰਾਂ ਤੱਕ ਵੇਖ ਕੇ ਉਸਨੇ ਕਿਹਾ ਕਿ ਪਹਿਲਾਂ ਵਾਪਸ ਜਾ, ਔਰ ਜਿਸ ਦਰਵਾਜ਼ੇ ਨੂੰ ਇੰਨੀ ਜ਼ੋਰ ਨਾਲ ਮਾਰਿਆ ਉਹਦੇ ਕੋਲੋਂ ਮਾਫੀ ਮੰਗ ਕੇ ਆ। ਉਹ ਕਹਿੰਦਾ, ਦਰਵਾਜ਼ੇ ਕੋਲੋਂ ਮਾਫੀ? ਕੋਈ ਬੰਦਾ ਹੋਵੇ ਤਾਂ ਮੈਂ ਚਲੋ ਗੱਲ ਸਮਝ ਆਉਂਦੀ ਹੈ ਕਿ ਦਰਵਾਜ਼ੇ ਕੋਲੋਂ? ਮੈਂ ਤਾਂ ਦਰਵਾਜ਼ੇ ਨੂੰ ਕੁਝ ਕਿਹਾ ਵੀ ਨਹੀਂ, ਨਾ ਮੈਂ ਉਹਨੂੰ ਕੁਝ ਐਸਾ ਕੋਈ ਗਲਤ ਸਲੂਕ ਕੀਤਾ। ਰਜੂਸ਼ ਨੇ ਆਖਿਆ ਕਿ ਤੂੰ ਗਲਤ ਕੁਝ ਨਹੀਂ ਕੀਤਾ, ਤੇਰੇ ਸੁਭਾਅ ਦੇ ਵਿੱਚ ਹੀ ਇਹ ਕ੍ਰੋਧ ਐਸਾ ਆ ਵੜਿਆ ਹੈ ਕਿ ਤੈਨੂੰ ਪਤਾ ਹੀ ਨਹੀਂ ਕਿ ਤੂੰ ਕੀ ਕੀਤਾ। ਸਾਡਾ ਸੁਭਾਅ ਵੀ ਐਸਾ ਹੈ, ਅਸੀਂ ਕ੍ਰੋਧ ਵਿੱਚ ਵੀ ਬੋਲਦੇ ਹਾਂ, ਸਾਨੂੰ ਲੱਗਦਾ ਇਹ ਤਾਂ ਸੁਭਾਵਕ ਹੈ, ਇਹ ਤਾਂ ਨੈਚੁਰਲ ਹੈ ਇੰਨਾ ਕੁ ਤਾਂ, ਕਿਉਂਕਿ ਸਾਡੇ ਕ੍ਰੋਧ ਦਾ ਹਿੱਸਾ, ਸਾਡੇ ਸੁਭਾਅ ਦਾ ਹਿੱਸਾ ਹੋ ਗਿਆ ਸਾਡਾ ਕ੍ਰੋਧ। ਸਾਡਾ ਖਿੱਝ ਕੇ ਬੋਲਣਾ ਇਹ ਸਾਡੇ ਸੁਭਾਅ ਦਾ ਹਿੱਸਾ ਹੋ ਗਿਆ। ਇਸ ਲਈ ਅਸੀਂ ਦਰਵਾਜ਼ਾ ਵੀ ਖੋਲਦੇ ਹਾਂ ਗੁੱਸੇ ਨਾਲ, ਅਸੀਂ ਕਿਸੇ ਨਾਲ ਗੱਲ ਵੀ ਕਰਦੇ ਹਾਂ ਗੁੱਸੇ ਨਾਲ, ਤੇ ਜੇ ਸਾਹਮਣੇ ਵਾਲਾ ਗੁੱਸਾ ਕਰਦੇ ਅਸੀਂ ਫਿਰ ਕਹਿੰਦੇ ਮੈਂ ਤਾਂ ਵੈਸੇ ਨਾਰਮਲ ਹੀ ਕਿਹਾ, ਕਿਉਂਕਿ ਉਹ ਸਾਡੇ ਸੁਭਾਅ ਦਾ ਹਿੱਸਾ ਹੋ ਗਿਆ, ਸਾਨੂੰ ਪਤਾ ਹੀ ਨਹੀਂ ਹੈ।
बहुत सारे औगण साडे सुभाਅ का हिस्सा हो गए ने ते सानू लगता है कि असीं तां मैं तां कुछ ऐसा बोलिया ही नहीं, मैं तो कुछ गलत किया ही नहीं। उसने कहा, रजूश ने आख्या कि तेरे दरवाजा खोलण दे उहनूं बंद करन दे ढंग विचों दीदा कि बंदा क्रोध नाल भरिया होया है। जद तक उहदे कोलों माफ़ी नहीं ना मंग लैंदा तद तक तैनूं रब दा उपदेश वो नहीं मिल सकता। इसलिए साडी हालत ऐसी है, साडे निक्के निक्के काम भी इस तरह दे ही ने। सतगुरु कहंदे ये सारे बंदे दे दुख का कारण बन जाते हैं। साडियां निक्कियां निक्कियां गल्लां साडे वास्ते मुसीबत बन जांदियां हैं। सब निष्फल कर्म किए दुख धंधा, हर 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 जस जपै वड भागी। वाहिगुरू दा नाम, उहदा जस, उहदा नाम वड्डियां भागां नाल जपिया जाता है। वडभागी उहदा जस करदा है। नानक गुरमत नाम लिव लागी। जिहड़ा गुरु दी मੱਤ ते तुरदा है, वाहिगुरू दे नाम नाल उहदी लिव लग जांदी है। परमेश्वर दे नाम नाल उहदी सुरती बिरती जुड़ जांदी, उहदी लिव लग गई। जिहड़ा गुरु दी मੱਤ ते तुरिया। इसलिए गुरु दी मੱਤ ते तुरना। अपने मन नूं वेखो कि मेरे औगण किते मेरे सुभाਅ दा हिस्सा ते नहीं हो गए, मेरे सुभाव विच तां नहीं आ गए। जिहड़ी चीज़ साडे सुभाव विच आ जांदी है उहनूं बदलना, उहनूं चेंज करना बहुत औखा हुंदा है, क्योंकि अपना सुभाव बदलना बहुत औखा है। कई बारी आउंदा है ना कोई साडे घर गैसट, तां असीं अपने बच्चे दे संबंध विच पहले ही दस दिंदे उहनां नूं कि इहदा जी सुभाव थोड़ा जिहा इहो जिहा ही है, तुसीं किस हिसाब नाल, क्योंकि सानूं पता कि सुभाव बदलदा नहीं। इसलिए जिहड़ी गल साडे सुभाव विच आ गई उहनूं चेंज करना बहुत औखा है। इस करके देखो जरा कि साडा औगण कोई, साडी कोई गलती, साडे कोई किसी भी तरह की कोई गलत चीज़ साडे सुभाव विच ते नहीं आ गई है। जे आ गई है तो फिर हौली हौली उसनूं चेंज करने का यतन करो, फिर ही उस वाहिगुरू नाल जुड़िया जाना। होईयां भुल्लां लिखेवां सतगुरु जी अते आप सर्वत संगत बख्शण जो भुल्लां ना चेतावनी होए। आखो जी वाहिगुरू जी का खालसा वाहिगुरू जी की फतेह।